श्री हरगोविंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाओ बहोरी। गुरु तेग बहादुर परम कृपाला जी, परम कृपाला। श्री गुरु गोविंद सिंह बिसहाला। तरौं तारा पर पुन पुन सीसा, पुन पुन सीसा। बंदों बार बार जगदीसा। जिसमें अमृत ज्ञान है, नानक भगत वैराग। श्री गुरु ग्रंथ साहिब योरद बंदों कर अनुराग। एक अंकारा सतगुरु जय प्रसाद सच। वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम श्री वाहिगुरु जी दोहरा। आजमत हो किख गुरु की, भूप मोद मन पाए। हिंदू तुर्क शाहे पै, कह हाल सब जाए। आजमत हो किख गुरु की। वाहिगुरु जी का खालसा, वाहिगुरु जी की फतेह। सत्कारयोग गुरु प्यारी साध संगत, आप जी बहुत ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ श्री गुरु ग्रंथ साहिब जी महाराज जी की पावन हजूरी विच सुशोभित होके गुर इतिहास की पावन कथा श्रवण कर रहे हो। लड़ीवार जो कथा चल रही है, ये गुरु पंथ दे महान विद्वान सत्कारयोग ज्ञानी ज्ञान सिंह जी होना वालों रचित पंथ प्रकाश की कथा है। ये जिहड़ा ग्रंथ है, ये सिख इतिहास का, सिख साहित्य का इन्ना जरूरी ग्रंथ है कि जेकर ज्ञानी जी होनी ये ग्रंथ ना लिखते तो बहुत चीज़ां साडे सामने अज ना आउंदियां। ਉਹ ਇੱਕ ਗੁਰਮੁਖ ਗੁਰਸਿੱਖ ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਸੁਣਿਆ ਹੁੰਦਾ ਪੁਰਾਤਨ, ਜੋ ਪਹਿਲਾਂ ਇੱਥੇ ਚੱਲਦਾ ਹੀ ਰਿਹਾ, ਉਹਨਾਂ ਨੇ ਗੁਰੂ ਸਾਖੀਆਂ ਬੜੀਆਂ ਗਹਿਰਾਈ ਨਾਲ ਸੁਣੀਆਂ ਹੁੰਦੀਆਂ ਹਨ। ਉਹਨਾਂ ਦਾ ਇਸ ਗ੍ਰੰਥ ਦੇ ਪ੍ਰਤੀ ਇਹ ਖਿਆਲ ਵੀ ਹੁੰਦਾ ਕਿ ਜੀ ਇਹਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਬੜੀਆਂ ਸ਼ਾਰਟਕਟ ਦਿੱਤੀਆਂ ਨੇ, पर सच्ची गल है उन्हों का जो कहना है वो भी ठीक है, पर ये पीछे कारण थोड़ा होर है। जरा ज्ञानी ज्ञान सिंह होना ते एक होर ज्ञानी रतन सिंह भंगू का भी पंथ प्रकाश है। इन्हों तो पहला रतन सिंह भंगू ने लिखा, उस तो बाद इन्हों ज्ञानी ज्ञान सिंह ने लिखा। इन्हों की एक होर पुस्तक है तवारीख गुरु खालसा, 2 भाग है। जिन्हें वो नहीं पढ़िया वो सिख इतिहास साहित्य तो जाणू नहीं हो सकता। इन्हों का जिहड़ा ये ग्रंथ जिन्हों तुसीं सुन रहे हो, ये वो है जिहड़ियां साखियां सूरज प्रकाश चों भी रह गई, प्राचीन पंथ प्रकाश चों रह गई, वो साखियां इन्होंने लिया। एक गल। दूजी गल, गुरु साहिब का जिहड़ा इतिहास है ये संखेप च इस करके है भी ये जिहड़ा ग्रंथ है विद्वानां वास्ते है, समझो गल।
ਕਿ ਉਹੀ ਇਹਨੂੰ ਸੁਣਾਵੇ ਜਿਹਨੂੰ ਇਤਿਹਾਸ ਦਾ ਪਿਛਲੇ ਦਾ ਪਤਾ ਹੈ, ਜਿਹਨੇ ਸੂਰਜ ਪ੍ਰਕਾਸ਼, ਪ੍ਰਾਚੀਨ ਬੰਧ ਪ੍ਰਕਾਸ਼ ਕਹਿੰਦੇ ਆ ਪੁਰਾਣੇ ਨੂੰ, ਰਤਨ ਸਿੰਘ ਭੰਗੂ ਵਾਲੇ ਨੂੰ, ਜਿਹਨੇ ਉਹ ਸੂਰਜ ਪ੍ਰਕਾਸ਼, ਸੌ ਸਾਖੀ, ਹੋਰ ਵੀ ਜਿੰਨੇ ਗੁਰਬਿਲਾਸ ਆਦਿਕ ਨੇ, ਉਹ ਨਹੀਂ ਪੜ੍ਹੇ, ਉਹਨੂੰ ਫਿਰ ਇਹ ਚੋਂ ਰਾਸ ਨਹੀਂ ਆਉਣਾ। ਇਸ ਲਈ ਇਹ ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਆਪਾਂ 2 ਹਫ਼ਤੇ ਇਸੇ ਗ੍ਰੰਥ ਦੀ ਵਿਚਾਰ ਕਰਨੀ ਆ, ਵਾਚਣਾ ਹੈ। ਇੱਕ ਦਿਨ ਵਿੱਚ ਕਈ ਥਾਈਂ ਗੁਰੂ ਸਾਹਿਬ ਦਾ ਇਤਿਹਾਸ ਇਹਨਾਂ ਨੇ ਇੱਕ ਦਿਨ ਦੀ ਸਾਖੀ 'ਚ ਦੱਸਤਾ ਸਾਰਾ। ਇਹ ਬਹੁਤ ਕਮਾਲ ਦਾ ਗ੍ਰੰਥ ਹੈ, ਜਾਣੀ ਇਹ ਤੇ ਸ਼ੰਕਾ ਕਰਨਾ ਨਹੀਂ ਬਣਦਾ ਵੀ ਇੰਨਾ ਘੱਟ ਦੱਸਿਆ, ਕਿਉਂਕਿ ਇਹਨੇ ਉਹ ਚੀਜ਼ਾਂ ਲਈਆਂ ਹੀ ਨਹੀਂ ਜਿਹੜੀਆਂ ਪਹਿਲਾਂ ਗ੍ਰੰਥਾਂ 'ਚ ਹੈਗੀਆਂ। ਇਹਨੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਥੋੜਾ ਜਿਹਾ ਦੱਸਿਆ, ਔਰ ਅੱਗੇ ਪੰਥ ਪ੍ਰਕਾਸ਼ ਹੈ ਨਾ, ਫਿਰ ਇਹ ਸਮਝੋ। ਉਹ ਜਿਹੜਾ ਗੁਰਪ੍ਰਤਾਪ ਸੂਰਜ, ਜਿਹਨੂੰ ਕੋਈ ਸੂਰਜ ਪ੍ਰਕਾਸ਼ ਕਹਿੰਦੇ, ਅਸਲ ਉਹਦਾ ਨਾਮ ਹੈ ਗੁਰਪ੍ਰਤਾਪ ਸੂਰਜ, ਉਹ ਗੁਰ ਇਤਿਹਾਸ ਹੈ ਪੂਰਾ। ਇਹਦੇ ਚ ਗੁਰ ਇਤਿਹਾਸ ਥੋੜਾ ਹੈ, ਪਰ ਅੱਗੇ ਪੰਥ ਦਾ ਸਾਰਾ ਜਦੋਂ ਅੱਗੇ ਚੱਲ ਗਿਆ ਨਾ 10 ਗੁਰੂ ਸਾਹਿਬਾਨਾਂ ਤੋਂ ਬਾਅਦ, ਇਹਦਾ ਦੇਖਿਓ ਤੁਸੀਂ ਜੋ ਇਹਦੇ ਇਕੱਲੀ ਇਕੱਲੀ ਗੱਲ ਇੰਨੀ ਗਹਿਰਾਈ ਚ ਇਹਨੇ ਕੀਤੀ ਹੈ ਕਿ ਸੁਣ ਕੇ ਤੁਸੀਂ ਕਹੋਗੇ ਕਿ ਅਸੀਂ ਤਾਂ ਇਹਨੂੰ ਹੀ ਸੁਣਨਾ। ਤਾਂ ਇਹ ਤਾਂ ਹੋ ਗਈ ਇਸ ਗ੍ਰੰਥ ਬਾਰੇ। ਅਗਲੀ ਜਿਹੜੀ ਹੁਣ ਸਾਖੀ ਚੱਲ ਰਹੀ ਹੈ, ਉਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਪਾਤਸ਼ਾਹ, ਉਹਨਾਂ ਦਾ ਪਾਵਨ ਜੀਵਨ ਚੱਲ ਰਿਹਾ ਹੈ। ਉਹਦੇ ਵਿੱਚ ਆਪਨੇ ਸੁਣਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਹਰਰਾਏ ਸਾਹਿਬ ਦੇ ਸਾਹਿਬਜ਼ਾਦੇ ਹਨ, ਅਤੇ ਮਾਤਾ ਦਾ ਨਾਮ ਮਾਤਾ ਕ੍ਰਿਸ਼ਨ ਕੌਰ ਹੈ। ਦੋਵਾਂ ਦੇ ਨਾਂ ਨੂੰ ਜੋੜ ਕੇ ਅੱਧਾ ਨਾਮ ਉਹਨਾਂ ਤੋਂ ਹਰ ਰਾਏ ਤੋਂ ਹਰ ਲੈ ਲਿਆ, ਮਾਤਾ ਕ੍ਰਿਸ਼ਨਾ ਜੀ ਦੀ ਨਾਂ ਤੋਂ ਕ੍ਰਿਸ਼ਨ ਲੈ ਲਿਆ, ਫਿਰ ਇਹਨਾਂ ਦਾ ਨਾਮ ਹਰਕ੍ਰਿਸ਼ਨ ਸਾਹਿਬ ਰੱਖਿਆ ਗਿਆ। ਗੁਰਿਆਈ ਗੱਦੀ ਤੇ ਛੋਟੀ ਉਮਰੇ ਬੈਠ ਜਾਂਦੇ ਹਨ। ਇਹਨਾਂ ਦਾ ਇੱਕ ਵੱਡਾ ਭਰਾ ਸੀ ਜਿਹਦਾ ਨਾਮ ਰਾਮ ਰਾਏ ਹੈ। ਰਾਮ ਰਾਏ ਕਰਾਮਾਤੀ ਤਾਂ ਬਹੁਤ ਹੈ, ਰਿੱਧੀਆਂ ਸਿੱਧੀਆਂ ਹੋਰ ਵੀ। ਉਹਦਾ ਜਦੋਂ ਸੂਰਜ ਪ੍ਰਕਾਸ਼ ਪੜ੍ਹਦੇ ਆ, ਇਹਦੇ ਵਿੱਚ ਨਹੀਂ ਆਉਂਦਾ। ਇਹਨਾਂ ਦਾ ਹੀ ਲਿਖਿਆ ਤਵਾਰੀਖ ਗੁਰੂ ਖਾਲਸਾ ਪੜ੍ਹੋਗੇ, ਉਹਦੇ ਵਿੱਚ ਬਹੁਤ ਜ਼ਿਕਰ ਆਉਂਦਾ ਹੈ। 72 ਕਰਾਮਾਤਾਂ ਉਹਦੀਆਂ ਗ੍ਰੰਥ 'ਚ ਲਿਖੀਆਂ ਮਿਲਦੀਆਂ ਨੇ ਵੀ ਇਸ ਤਰ੍ਹਾਂ ਦੀਆਂ ਕਰਾਮਾਤਾਂ ਉਹਨਾਂ ਕੀਤੀਆਂ ਰਾਮ ਰਾਏ ਜੀ ਨੇ ਕਿ ਹੱਦ ਹੋ ਗਈ। ਪਰ ਗੁਰਬਾਣੀ ਤੇ ਪੂਰਨ ਅਕੀਦਾ ਸ਼ਰਧਾ ਨਾ ਹੋਣ ਕਰਕੇ ਵੀ ਜੋ ਲਿਖਿਆ ਸੱਚ ਹੈ, ਮਨ ਡੋਲ ਗਿਆ ਤੇ ਇਹ ਗੱਲ ਇੰਨੀ ਗਾਖ ਦਿੱਤੀ ਕਿ ਮੈਂ ਇਹ ਪੰਗਤੀ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ ਏਦਾਂ ਨਹੀਂ ਪੜ੍ਹਦਾ ਹੁੰਦਾ। ਕਹਿੰਦਾ ਮੈਂ ਤਾਂ ਇਉਂ ਪੜ੍ਹਦਾ ਹੁੰਦਾ, ਮਿੱਟੀ ਬੇਈਮਾਨ ਕੀ। ਗੁਰੂ ਘਰ ਵੱਲੋਂ ਖਾਰਜ ਹੋ ਗਿਆ, ਔਰੰਗਜ਼ੇਬ ਦੇ ਨੇੜੇ ਹੋ ਗਿਆ। ਔਰੰਗਜ਼ੇਬ ਇਸਲਾਮ ਵਿੱਚ ਕਰਾਮਾਤ ਨੂੰ ਬਹੁਤ ਵੱਡੀ ਥਾਂ ਹੈ। ਉਹ ਤਾਂ ਹਜ਼ਰਤ ਮੁਹੰਮਦ ਸਾਹਿਬ ਦਾ ਵੀ ਉਹਨਾਂ ਦੀ ਆਉਂਦਾ, ਹਦੀਸਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੂੰ ਆਖਿਆ ਤੁਹਾਡੀ ਪੈਗੰਬਰੀ ਦੀ ਨਿਸ਼ਾਨੀ ਕੀ ਹੈ, ਤੁਸੀਂ ਪੈਗੰਬਰ ਹੋ ਇਸ ਚੀਜ਼ ਦੀ। ਉਹਨੇ ਆਖਿਆ ਮੇਰੀ ਪੈਗੰਬਰੀ ਦੀ, ਉਹਦੇ ਵਿੱਚ ਜੋ ਲਿਖਿਆ ਸਹਾਬਾ ਦਾ ਜ਼ਿਕਰ ਆਉਂਦਾ, ਉਹਨੇ ਉਂਗਲ ਕੀਤੀ ਚੰਦ ਵੱਲ, ਕਹਿੰਦੇ ਚੰਦ 2 ਟੋਟੇ ਹੋ ਗਿਆ। ਉਹ ਲੋਕ ਕਹਿੰਦੇ, ਫਿਰ ਉਹ ਕਹਿੰਦੇ ਨਬੂਵਤ ਦੀ ਨਿਸ਼ਾਨੀ ਹੈ ਵੀ ਹਾਂ ਸੱਚੀ ਨਬੀ ਹੈ ਇਹ। ਉਹਦੇ ਵਿੱਚ ਉਹ ਕਰਾਮਾਤ ਨੂੰ ਬਹੁਤ ਮੰਨਦੇ। ਤਦੇ ਉਹ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਸਾਹਿਬ ਨੂੰ ਵੀ ਕਹਿੰਦੇ ਕਰਾਮਾਤ ਦਿਖਾਓ ਕੋਈ। ਗੁਰੂ ਸਾਹਿਬ ਨੇ ਆਖਿਆ ਵੀ ਇਹ ਤਾਂ ਕਰਾਮਾਤਾਂ ਤਾਂ ਉਦਾਂ ਹੀ ਵਰਤੀ ਜਾਂਦੀਆਂ ਨੇ, ਨਾਟਕ ਚੇਟਕ ਨੇ ਤਾਂ ਉਦਾਂ ਹੀ ਗੁਰੂ ਘਰ ਚ, ਤਾਂ ਇਹ ਤਾਂ ਗੁਰੂ ਘਰ ਦੇ ਕੁੱਕਰਾਂ ਚ ਕੁੱਤਿਆਂ ਚ ਵੀ ਹੈ ਇਹ ਵੀ। ਗੁਰੂ ਘਰ ਦਾ ਸਭ ਤੋਂ ਉਤਲੀ ਤਾਕਤ ਚੀਜ਼ ਨਹੀਂ ਹੈ ਇਹ ਕਰਾਮਾਤ ਵੀ, ਸਭ ਤੋਂ ਉਤਲੀ ਹੈ ਤਾਂ ਸਭ ਤੋਂ ਥਲੜੀ ਪਹਿਲੀ ਉਹ ਹੈ। ਕੋਈ 5-6 ਮਹੀਨੇ ਮਨ ਟਿਕਾ ਕੇ ਸਾਧਨਾ ਕਰ ਲਵੇ, ਅੰਤਰਯਾਮਤਾ ਹੋ ਜਾਂਦੀ ਹੈ। ਥੋੜੇ ਦਿਨ ਪਹਿਲਾਂ ਮੈਨੂੰ ਬੀਬੀ ਮਿਲੀ ਸੀ, ਹੈ ਹੁਣ ਵੀ। ਉਹਨੇ ਮੈਨੂੰ ਦੱਸਿਆ, ਮੈਂ ਕਥਾ ਸੁਣਦੀ ਹਾਂ, ਕਿ ਮੈਨੂੰ ਅੰਤਰਯਾਮਤਾ ਹੋਣ ਲੱਗ ਪਈ। ਕਥਾ ਸੁਣਦੇ ਸੁਣਦੇ ਮੈਨੂੰ ਪਤਾ ਲੱਗਣ ਲੱਗ ਪਿਆ ਵੀ ਆਹ ਹੋਣ ਲੱਗ ਪਿਆ। ਜੇ ਕੋਈ ਪੁੱਛਣਾ ਚਾਹੇ ਮੈਂ ਵਿਸ਼ੇਸ਼ ਕਰਕੇ ਦੱਸ ਵੀ ਸਕਦਾ ਵੀ ਇਹ ਤਾਂ ਜਿਹੜੀ ਉਦਾਂ ਹੀ ਗੁਰੂ ਘਰ ਦੇ ਵਿੱਚ, ਕਿਉਂਕਿ ਮਨ ਦੀ ਸਾਧਨਾ ਬਹੁਤ ਸੌਖੀ ਸਾਧਨਾ ਹੈ, ਔਰ ਇਹ 'ਚ ਪਤਾ ਨਹੀਂ ਲੱਗਦਾ ਬੰਦੇ ਨੂੰ ਮੇਰੀ ਇੰਨੀ ਸਾਧਨਾ ਹੋ ਰਹੀ ਹੈ।
ਤੇ ਉਹਨਾਂ ਦੇ ਵਿੱਚ ਉਹ ਬਹੁਤ ਵੱਡੀ ਚੀਜ਼ ਮੰਨੀ ਹੈ। ਇਸ ਚੀਜ਼ ਦਾ ਫਰਕ ਹੈ। ਰਾਮ ਰਾਏ ਤੋਂ ਫਿਰ ਇੰਨੇ ਪ੍ਰਭਾਵਿਤ ਹੋਏ ਔਰੰਗਜ਼ੇਬ ਅਤੇ ਉਹਦੇ ਜਿੰਨੇ ਬੰਦੇ ਸਨ, ਉਹਨਾਂ ਨੇ ਰਾਮ ਰਾਏ ਨੂੰ ਦਿੱਲੀ ਰੱਖ ਲਿਆ। ਉਹਨੇ ਯਤਨ ਕੀਤਾ ਵੀ ਗੁਰਿਆਈ ਗੱਦੀ ਮੈਨੂੰ ਮਿਲ ਜਾਵੇ, ਚਿੱਠੀ ਲਿਖੀ, ਰੌਲਾ ਪਾਇਆ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਲੀ ਤੱਕ ਬੁਲਾਉਣ ਦਾ ਯਤਨ ਕੀਤਾ ਨਾ। ਗੁਰੂ ਜੀ ਦਿੱਲੀ ਗਏ ਜ਼ਰੂਰ, ਪਰ ਔਰੰਗਜ਼ੇਬ ਦੇ ਮੱਥੇ ਨਹੀਂ ਲੱਗੇ। ਅੱਗੇ ਆਊਗਾ ਇਹ। ਜਦੋਂ ਦਿੱਲੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਹੁੰਚਦੇ ਹਨ, ਉਸ ਸਮੇਂ ਦਿੱਲੀ ਦੇ ਵਿੱਚ ਇੱਕ ਮਹਾਮਾਰੀ ਬਹੁਤ ਜ਼ੋਰਾਂ ਤੇ ਹੈ, ਜਾਂ ਜਿਹਨੂੰ ਅੱਜ ਕੱਲ੍ਹ ਅਸੀਂ ਬਹੁਤ ਨੋਰਮਲੀ ਹੋ ਗਿਆ, ਉਹ ਘਟ ਗਿਆ, ਪਰ ਉਹਨਾਂ ਟਾਈਮਾਂ ਵਿੱਚ ਉਹਦਾ ਇਲਾਜ ਨਹੀਂ ਸੀ ਹੁੰਦਾ ਕੋਈ। ਏਦਾਂ ਹੀ ਬੰਦੇ ਜਿਹਨੂੰ ਹੋ ਜਾਂਦਾ ਮਰ ਜਾਂਦੇ ਸਨ। ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਜਿਹੜੇ, ਉਹ ਤੋਂ ਚਰਨਾਮ੍ਰਿਤ ਦੀ ਮਰਿਆਦਾ ਸੀ। ਸਿੱਖਾਂ ਵਿੱਚ 3 ਤਰ੍ਹਾਂ ਦਾ ਅੰਮ੍ਰਿਤ ਦਾ ਜ਼ਿਕਰ ਮਿਲਦਾ ਹੈ। ਪਹਿਲਾ ਚਰਨਾਮ੍ਰਿਤ, ਦੂਜਾ ਖੰਡੇ ਦੀ ਪਹੁਲ ਜਿਹਨੂੰ ਕਹਿ ਦਿੰਦੇ ਆ ਅੰਮ੍ਰਿਤ, ਖੰਡੇ ਦਾ ਅੰਮ੍ਰਿਤ, ਤੀਜਾ ਜਿਹੜਾ ਨਾਮ ਅੰਮ੍ਰਿਤ ਆਖਿਆ ਪਰਮੇਸ਼ਰ ਦੇ ਸਿਮਰਨ ਦਾ, ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਪਰ ਉਹਦੇ ਤੱਕ ਪਹੁੰਚਣ ਲਈ 9ਵੇਂ ਗੁਰੂ ਸਾਹਿਬਾਨਾਂ ਤੱਕ ਚਰਨ ਅੰਮ੍ਰਿਤ ਸੀ, ਔਰ 10ਵੇਂ ਪਾਤਸ਼ਾਹ ਨੇ ਖੰਡੇ ਦੀ ਪਹੁਲ, ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰੀ ਕਰ ਦਿੱਤਾ। ਔਰ ਵਚਨ ਹਨ ਭਾਈ ਗੁਰਦਾਸ ਸਿੰਘ ਜੀ ਦੇ, ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਜਿਨ੍ਹਾਂ ਨੇ ਚਰਨਾਮ੍ਰਿਤ ਲਿਆ, ਉਹ ਬੰਦੇ ਠੀਕ ਹੁੰਦੇ ਗਏ। ਲੋਕਾਂ 'ਚ ਇਹ ਗੱਲ ਫੈਲ ਗਈ। ਗੁਰੂ ਸਾਹਿਬ ਉਸ ਵੇਲੇ ਬੰਗਲਾ ਸੀ ਰਾਜੇ ਦਾ, ਜਿਹਨੂੰ ਗੁਰਦੁਆਰਾ ਬੰਗਲਾ ਸਾਹਿਬ ਕਹਿੰਦੇ ਆ ਨਾ, ਉਹ ਰਾਜੇ ਦਾ ਮਕਾਨ ਸੀ, ਬੰਗਲਾ ਸੀ। ਮਹਾਰਾਜ ਉੱਥੇ ਠਹਿਰੇ ਹੋਏ ਸਨ, ਤੇ ਉੱਥੇ ਫਿਰ ਚਬੱਚੇ ਪਾਣੀ ਦੇ ਵੱਡੇ ਵੱਡੇ ਪਾਣੀ ਦੀਆਂ, ਉਹਨਾਂ ਦੇ ਵਿੱਚ ਮਹਾਰਾਜ ਦੇ ਚਰਨ, ਜਾਣੀ ਉਹਦੇ ਵਿੱਚ ਆਪਾਂ ਧੋ ਲਿਆ ਸ਼ਬਦ ਵਰਤਦੇ ਆ, ਪਰ ਮਹਾਰਾਜ ਸਾਹਿਬ ਚਰਨਾਮ੍ਰਿਤ ਤਿਆਰ ਹੁੰਦਾ ਸੀ ਨਾ, ਜਿਹੜਾ ਉਹਦੀ ਪ੍ਰਕਿਰਿਆ ਹੁੰਦੀ ਵੀ ਮਹਾਰਾਜ ਦੇ ਚਰਨ, ਕੋਈ ਜਲ ਲੈ ਲਿਆ, ਉਹਦੇ ਨਾਲ ਮਹਾਰਾਜ ਆਪਣੇ ਚਰਨ ਦਾ ਅੰਗੂਠਾ ਛੁਹਾ ਦਿੰਦੇ ਪੈਰ ਦਾ ਹਿੱਤਾਂ ਵਿੱਚ, ਉਹ ਚਰਨਾਮ੍ਰਿਤ ਹੋ ਜਾਂਦਾ ਸੀ। ਤੇ ਉਹ ਚੁਬੱਚੇ ਭਰ ਗਏ। ਫਿਰ ਇੰਨੀ ਸੰਗਤ ਨੇ ਚਰਨਾਮ੍ਰਿਤ ਲਿਆ, ਜਿਹਨੇ ਵੀ ਚਰਨਾਮ੍ਰਿਤ ਲਿਆ, ਦਿੱਲੀ ਦੀ ਸੰਗਤ ਸਿੱਖ ਹੋ ਗਈ, ਉਹ ਬਿਮਾਰੀ ਤੋਂ ਬਚ ਗਿਆ। ਤੇ ਇਸ ਗੱਲ ਦਾ ਜ਼ਿਕਰ ਫਿਰ ਲੋਕਾਂ ਵਿੱਚ ਬਹੁਤ ਫੈਲ ਗਿਆ ਕਿ ਜਿਹੜਾ ਵੀ ਗੁਰੂ ਦਾ ਸਿੱਖ ਬਣਦਾ, ਚਰਨਾਮ੍ਰਿਤ ਲੈਂਦਾ, ਬਿਮਾਰੀ ਤੋਂ ਛੁੱਟ ਜਾਂਦਾ ਹੈ। ਇਹ ਗੱਲ ਦਿੱਲੀ ਦੇ ਵਿੱਚ ਔਰੰਗਜ਼ੇਬ ਦੀ ਸਭਾ ਤੱਕ ਵੀ ਪਹੁੰਚੀ ਹੈ। ਇੱਥੇ ਤੱਕ ਇਹ ਪਿਛਲਾ ਇਤਿਹਾਸ ਆਪਨੇ ਸੁਣਿਆ। ਅੱਗੇ ਤੋਂ ਅੱਗੇ ਆਓ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਪਾਵਨ ਇਤਿਹਾਸ ਸੁਣੀਏ। ਨਾਲੋਂ ਨਾਲ ਦੇਖੋ, ਰਾਮ ਰਾਏ ਭਾਵੇਂ ਰਿੱਧੀਆਂ ਸਿੱਧੀਆਂ ਵੀ ਲੈ ਗਿਆ, ਬਹੁਤ ਕੁਝ ਸੀ, ਪਰ ਦੁਬਦਾ ਨਹੀਂ ਗਈ ਕਿਤੇ, ਈਰਖਾ ਨਹੀਂ ਗਈ। ਇੱਥੋਂ ਇਹ ਵੀ ਸਿੱਧ ਹੁੰਦਾ ਵੀ ਰਿੱਧੀਆਂ ਸਿੱਧੀਆਂ ਵੀ ਕਈ ਵਾਰ ਹੋਰ ਸਵਾਦ ਚ ਬੰਦੇ ਨੂੰ ਭਟਕਾਉਂਦੀਆਂ, ਜਿਵੇਂ ਜਪਜੀ ਸਾਹਿਬ ਚ ਰਿੱਧ ਸਿੱਧ ਅਵਰਾ ਸਾਧ ਆਖਿਆ। ਉਹ ਤੱਤਵ ਗਿਆਨ ਹੈ ਜਿਹੜਾ ਸਹਿਜ, ਜਿਹਨੂੰ ਆਪਾਂ ਕਹਿੰਦੇ ਆ, ਉਹ ਵੀ ਰਿੱਧੀਆਂ ਸਿੱਧੀਆਂ ਨਾਲ ਨਹੀਂ ਆਉਂਦਾ। ਸਹਿਜ ਇੱਕ ਵੱਖਰੀ ਅਵਸਥਾ ਗੁਰਸਿੱਖ ਨੂੰ ਗੁਰੂ ਨੇ ਦਿੱਤੀ ਹੈ। ਉਹਦਾ ਵੀ ਆਪਾਂ ਨੇ ਨਾਲੋਂ ਨਾਲ ਜ਼ਿਕਰ ਕਰਦੇ ਜਾਵਾਂਗੇ। ਇਤਿਹਾਸ ਚ ਜਿਹੜਾ ਤੱਤ ਨਿਕਲੇਗਾ, ਆਓ ਹਾਜ਼ਰੀ ਲਗਾਉਂਦੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਜ਼ਮਤ ਉਪੇਖ ਗੁਰੂ ਕੀ, ਭੂਪ ਮੋਦ ਮਨ ਪਾਏ। ਗੁਰੂ ਜੀ ਦੀ ਇਹ ਅਜ਼ਮਤ, ਕਰਾਮਾਤ ਜੋ ਸੁਤੇ ਵਰਤੀ ਹੈ, ਕੋਈ ਜ਼ੋਰ ਲਾ ਕੇ ਨਹੀਂ ਵਰਤਾਉਣੀ ਪੈਂਦੀ। ਤੰਤਰ ਵਿਦਿਆ ਵਾਲਿਆਂ ਵਿੱਚ, ਯੋਗੀਆਂ ਵਿੱਚ, ਉਹ ਕਰਾਮਾਤ ਹਾਸਲ ਕਰਨ ਲਈ ਬਹੁਤ ਕੁਝ ਕਰਦੇ ਆ, ਤੇ ਜਦੋਂ ਹੋ ਜਾਂਦੀ ਹੈ ਫਿਰ ਉਹ ਕਰਾਮਾਤ ਨੂੰ ਆਪਣਾ ਸਭ ਕੁਝ ਸਮਝ ਲੈਂਦੇ। ਜਿਵੇਂ ਬੰਦੇ ਬਹਾਦਰ ਨੂੰ ਮਾਧੋਦਾਸ ਵੈਰਾਗੀ ਔਗੜਨਾਥ ਜੋਗੀ ਕੋਲ ਰਿਹਾ, ਇੱਕ ਤਾਂਤਰਿਕ ਕੋਲ ਰਿਹਾ, ਹੋਰ ਕਈ ਥਾਈਂ ਘੁੰਮਦਾ ਰਿਹਾ, ਰਿੱਧੀਆਂ ਸਿੱਧੀਆਂ ਕਰਾਮਾਤਾਂ ਮਿਲ ਗਈਆਂ, ਫਿਰ ਉਹਨਾਂ ਦੇ ਰਹਿਣ 'ਚ ਹਵਾ ਛੁੱਟਦਾ ਰਿਹਾ, ਸਹਿਜ ਨਹੀਂ। ਪਰ ਗੁਰੂ ਘਰ ਵੀ ਹੈ ਇਹ, ਗੁਰੂ ਘਰ ਇਹ ਸਹਿਜ ਵਰਤਾਰੇ 'ਚ ਹੈ।
ਆਪਣੇ ਆਪ ਵਰਤਦੀ ਹੈ, ਇਹਦੀ ਲੋੜ ਨਹੀਂ ਪੈਂਦੀ ਕੁਝ ਕਰਨ ਦੀ। ਗੁਰੂ ਜੀ ਦੀ ਜਦੋਂ ਇਹ ਕਲਾ ਵਰਤੀ, ਕਰਾਮਾਤ ਵਰਤੀ, ਤੇ ਫਿਰ ਇਹ ਸਾਰੇ ਕਿਤੇ ਗੱਲ ਫੈਲ ਗਈ ਤੇ ਰਾਜਿਆਂ 'ਚ ਔਰੰਗਜ਼ੇਬ ਦੀ ਸਭਾ ਤੱਕ ਜਦੋਂ ਪਤਾ ਲੱਗਾ ਨਾ, ਸਾਰਿਆਂ ਦੇ ਮਨ ਹੈ ਜਿਹੜੇ ਉਹ ਬੜੇ ਖੁਸ਼ ਹੋਏ ਕਿ ਇੰਨੀ ਛੋਟੀ ਉਮਰ ਵਿੱਚ ਇੰਨੀ ਸੰਗਤ ਦਾ ਭਲਾ ਕਰ ਰਹੇ ਹਨ। ਹਿੰਦੂ ਤੁਰਕ ਸਾਹਿਬ ਕਹਿਓ ਹਾਲ ਸਭ ਜਾਏ। ਭਾਵੇਂ ਕੋਈ ਹਿੰਦੂ ਭਾਵੇਂ ਤੁਰਕ, ਦੁੱਖ ਤੇ ਸਭ ਨੂੰ ਇੱਕੋ ਜਿਹਾ ਹੀ ਹੁੰਦਾ ਹੈ। ਜਦੋਂ ਕਿਸੇ ਨੂੰ ਸਰੀਰਕ ਤੌਰ ਤੇ ਤੰਦਰੁਸਤੀ ਮਿਲਦੀ ਹੈ, ਸੁੱਖ ਵੀ ਉਨਾ ਹੀ ਬੰਦਾ ਮਹਿਸੂਸ ਕਰਦਾ ਹੈ। ਬਸ ਉਹ ਇਉਂ ਕਿ ਸਰੀਰ ਤੋਂ ਉੱਤੇ ਉੱਠਿਆ ਨਾ ਹੋਵੇ, ਬਸ ਉਹਦੇ ਲਈ ਹਾਲਾਤ ਕੁਝ ਹੋਰ ਹੋ ਜਾਂਦੇ ਆ। ਆਮ ਲੋਕ ਦੇਹਧਾਰੀ ਹਨ। ਦੇਹਧਾਰੀ ਹੁੰਦਾ ਜਿਹੜਾ ਦੇਹ ਨਾਲ ਜੁੜਿਆ ਹੋਵੇ। ਸਾਡੇ ਤਾਂ ਹਰੇਕ ਨੂੰ ਅਸੀਂ ਦੇਹਧਾਰੀ ਕਹਿੰਦੇ ਆ। ਕਈ ਵਾਰੀ ਕਈ ਬੰਦੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਕੋਲ ਜਾਣ ਵਾਲਿਆਂ ਨੂੰ ਕਹਿਣਗੇ ਦੇਹਧਾਰੀ ਬੰਦੇ ਨਾਲ ਜੁੜੇ ਆ। ਉਹ ਨਹੀਂ, ਜਿਹੜਾ ਦੇਹ ਦਾ ਅਧਿਆਸ ਧਾਰਨ ਕਰੇ, ਦੇਹੀ ਨੂੰ ਆਪਣਾ ਰੂਪ ਸਮਝੇ, ਉਹ ਦੇਹਧਾਰੀ ਹੈ। ਜਿਹੜਾ ਦੇਹ ਉੱਤੇ ਲੰਘ ਗਿਆ ਨਾ, ਉਹ ਦੇਹਧਾਰੀ ਨਹੀਂ ਹੁੰਦਾ। ਆਮ ਦੁਨੀਆ ਦੇ ਲੋਕ ਦੇਹ ਨਾਲ ਹੀ ਜੁੜਿਆ, ਸਰੀਰ ਨਾਲ ਹੀ ਜੁੜਿਆ, ਬੌਡੀ ਨੂੰ ਆਪਣਾ ਰੂਪ ਸਮਝਦੇ ਹਨ। ਭਾਵੇਂ ਹਿੰਦੂ ਭਾਵੇਂ ਤੁਰਕ, ਉਹਨਾਂ ਨੂੰ ਜਦੋਂ ਸਰੀਰਕ ਥੋੜਾ ਸੁੱਖ ਮਿਲਿਆ, ਜਾ ਕੇ ਬਾਦਸ਼ਾਹ ਤੱਕ ਖਬਰ ਪਹੁੰਚ ਗਈ ਕਿ ਕੀ ਕਲਾ ਵਰਤੀ ਹੈ। ਚੌਪਈ ਰਾਮ ਰਾਏ ਗੁਰਜਤ ਸਮਝਰਿਓ, ਦੋ ਪੜਦੇ ਰੇ ਸਾਰੇ ਹੋ ਸਰਾਪ ਉਤਰਿਓ। ਪਰ ਉੱਥੇ ਹੀ ਔਰੰਗਜ਼ੇਬ ਦੀ ਸਭਾ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਸਖਾ ਭਰਾ, ਜਿਹਦਾ ਨਾਮ ਰਾਮ ਰਾਏ ਹੈ, ਜਦੋਂ ਉਹਨੇ ਇਹ ਗੱਲ ਸੁਣੀ, ਸਭਾ ਵਿੱਚ ਇਹ ਗੱਲ ਚੱਲੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਉਹਨਾਂ ਦੇ ਦਰਸ਼ਨ ਕੀਤਿਆਂ ਦੁੱਖ ਦੂਰ ਹੁੰਦੇ। ਜਦੋਂ ਦਸ਼ਮੇਸ਼ ਪਿਤਾ ਨੇ ਫਿਰ ਬਾਣੀ 'ਚ ਮੋਹਰ ਲਾਈ ਕਰ ਸ਼੍ਰੀ ਹਰਕ੍ਰਿਸ਼ਨ ਤੇ ਆਈ ਹੈ, ਜਿਸ ਦਿੱਠੇ ਸਭ ਦੁੱਖ ਜਾਏ। ਉਹਨਾਂ ਦੀ ਜਦੋਂ ਗੱਲ ਚੱਲੀ ਕਿ ਇਉਂ ਵਰਤਾਰਾ ਵਰਤ ਰਿਹਾ, ਫਿਰ ਈਰਖਾ ਨਾਲ ਫਿਰ ਅੰਦਰੋਂ ਸੜ ਵਲ ਗਿਆ। ਇਹ ਜਿਹੜੀ ਈਰਖਾ ਬਹੁਤ ਭੈੜੀ ਹੈ। ਇਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਡੇ ਤੇ ਤਾਂ ਬੜੀ ਕਿਰਪਾ ਹੋਈ, ਇਹਨੂੰ ਤਾਤ ਆਖਿਆ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਦਰਅਸਲ ਇਹ ਈਰਖਾ ਬਹੁਤ ਭੈੜੀ ਹੈ। ਕਈ ਬਹੁਤ ਸੂਖਸ਼ਮ ਰੂਪ ਵਿੱਚ ਕੰਮ ਕਰਦੀ ਹੈ। ਧਾਰਮਿਕ ਈਰਖਾ ਵੀ ਹੁੰਦੀ ਹੈ ਕਿ ਕਿਤੇ ਆਏ ਨਾ ਸਮਝੋ ਵੀ ਆਮ ਬੰਦਿਆਂ 'ਚ ਹੁੰਦੀ ਹੈ। ਕਈ ਬਾਬੇ ਬਾਬਿਆਂ ਨਾਲ ਨਹੀਂ ਬੋਲਦੇ, ਕਈ ਸੰਤ ਦੂਜੇ ਸੰਤ ਦਾ ਨਾਂ ਨਹੀਂ ਲੈਂਦੇ। ਦਰਅਸਲ ਇਹ ਉਹ ਫਿਰ ਤੁਸੀਂ ਆਖੋਗੇ ਜੀ ਨਾਮ ਦੇ ਲਿਆ ਨੂੰ ਧਾਰਮਿਕ ਈਰਖਾ। ਅਸਲ ਜਿੱਥੇ ਧਰਮ ਹੈ ਉੱਥੇ ਈਰਖਾ ਨਹੀਂ ਹੈ। ਧਰਮ ਤਾਂ ਹੁੰਦਾ ਹੀ ਤੇ ਉੱਤੋਂ ਸ਼ੁਰੂ ਹੁੰਦਾ, ਇੱਕ ਸੰਦ੍ਰਿਸ਼ਟੀ ਵਾਲੇ ਬੰਦਿਆਂ 'ਚ ਹੁੰਦਾ ਧਰਮ। ਪਰ ਕਈ ਪਹਿਰਾਵੇ ਵਾਲੇ ਬੰਦੇ ਜਾਨੀ ਭੇਖੀ ਬੰਦਿਆਂ 'ਚ ਇਹ ਪਾਈ ਜਾਂਦੀ, ਸਗੋਂ ਜ਼ਿਆਦਾ ਪਾਈ ਜਾਂਦੀ ਹੈ। ਏਦਾਂ ਹੀ ਰਾਮ ਰਾਏ ਵੀ ਸੀ। ਉਹ 'ਚ ਕਰਾਮਾਤ ਸੀ ਕਿਉਂਕਿ ਗੁਰੂ ਪੁੱਤਰ ਸੀ। ਉਹ ਜੋ ਹਸਤੀ ਸੀ, ਜੋ ਚੀਜ਼ਾਂ ਸੀ, ਉਹ ਤਾਂ ਮਿਲ ਗਈਆਂ ਉਹਨੂੰ, ਪਰ ਅੰਦਰੋਂ ਈਰਖਾ ਨਹੀਂ ਮਰੀ। ਤੇ ਜਦੋਂ ਉਹਨੇ ਸੁਣੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਮਹਿਮਾ, ਤੇ ਸਾਧ ਸੰਗਤ ਫਿਰ ਕਵੀ ਜੀ ਕਹਿੰਦੇ ਸੜ ਵਲ ਗਿਆ। ਤੇ ਫਿਰ ਆਪਣੀ ਦਿਖਾਉਣ ਵਾਸਤੇ ਕਿ ਮੈਂ ਵੀ ਕੁਛ ਹਾਂ, ਫਿਰ ਆਪਣੇ ਮੂੰਹੋਂ ਮਾੜਾ ਚੰਗਾ ਬੋਲਣ ਲੱਗਾ ਤੇ ਸਰਾਪ ਦੇਣ ਦੀ ਉਹਨੇ ਗੱਲ ਕੀਤੀ। ਦਿਖਾਉਣ ਲੱਗਿਆ ਨਾ ਵੀ ਮੈਂ ਕੁਛ ਹਾਂ। ਕਹਾਂ ਕयो ਜੋ ਜਸ ਕਰਵਾਈਆ, तो पी है ठंडी का खाइया। ਬੜੇ ਹੰਕਾਰ 'ਚ ਬੋਲਿਆ। ਕਹਿੰਦਾ ਫੇਰ ਕੀ ਹੋ ਗਿਆ ਜਿਨ੍ਹਾਂ ਨੇ ਆਪਣਾ ਜਸ ਕਰਵਾ ਲਿਆ, ਪਰ ਇਹਨਾਂ ਦਾ ਜਿਹੜਾ ਸਮਾਂ ਅੰਤ ਹੈ ਉਹ ਤਾਂ ਜਾਣਗੇ, ਸ਼ੀਤਲਾ ਨਾਲੇ ਜਾਣਗੇ ਨਾ। ਏਦਾਂ ਇਹਨੇ ਆਖਿਆ। ਹੁਣ ਕਈ ਇੱਥੇ ਥੋੜੀ ਜਿਹੀ ਵਿਚਾਰ ਕਰਨ ਦੀ ਹੋ ਜਾਂਦੀ। ਕਈ ਬੰਦੇ ਇਸ ਗੱਲ ਨੂੰ ਬੜਾ ਹੋਰ ਪੱਖ ਨਾਲ ਲੈ ਜਾਣਗੇ ਕਿ ਫਿਰ ਅੱਛਾ ਉਹਦੇ ਸਰਾਪ ਨਾਲ ਮਹਾਰਾਜ ਚਲੇ ਗਏ। ਨਹੀਂ, ਗੁਰੂ ਪਰਮੇਸ਼ਰ ਹੈ, ਗੁਰੂ ਸਰਵ ਕਲਾ ਸਮਰੱਥ ਹੈ। ਪਰ ਰਾਮ ਰਾਏ ਕੋਲ ਜਿਹੜੀ ਤਾਕਤ ਉਹ ਦੇਖ ਸਕਦਾ। ਦੁਸ਼ਮਣ ਵੀ ਹੈ ਸਾਡਾ, ਉਹਨੂੰ ਕਈ ਵਾਰੀ ਜਾਣਕਾਰੀ ਮਿਲ ਸਕਦੀ ਹੈ ਕਿ ਇਹਨੇ ਇੱਧਰ ਦੀ ਲੰਘਣਾ, ਤੁਹਾਡਾ ਰਾਹ ਹੈ ਜਿਹੜਾ। ਇੱਥੇ ਇਹ ਨਹੀਂ ਕਿ ਉਹਦੇ ਕਿਹਾ ਕੁਝ ਹੋ ਗਿਆ, ਪਰ ਉਸ ਚੀਜ਼ ਦੀ ਇੰਨੀ ਕੁ ਉਹਨੂੰ ਜਾਣਕਾਰੀ ਹੈਗੀ ਹੈ।
ਉਹਦੇ ਕੋਲ ਜਿਹੜੀ ਤਾਕਤ ਹੈ ਉਹ ਤੋਂ ਤੁਸੀਂ ਮੁਨਕਰ ਵੀ ਹੋ ਜਾਓ ਤਾਂ ਉਹਦੀ ਤਾਕਤ ਨਹੀਂ ਘਟੀ। ਉਹਨੇ ਇਹ ਗੱਲ ਆਖੀ ਕਿ ਜੇ ਇਹਨਾਂ ਨੇ ਇੰਨਾ ਜਸ ਵੀ ਕਰਵਾਇਆ, ਇਹਨਾਂ ਦਾ ਜਸ ਹੋ ਗਿਆ, ਤਾਂ ਵੀ ਇਹਨਾਂ ਨੇ ਇਉਂ ਜਾਣਾ ਹੈ। ਇਹੋ ਸੁਣ ਸਤਿਗੁਰ ਸਹਿਜ ਉਚਾਰਾ, ਰਾਮ ਰਾਏ ਜੀਵਤ ਹੋਏ ਛਾਰਾ। ਇਧਰੋਂ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਲੋਕਾਂ ਨੇ ਦੱਸ ਦਿੱਤਾ, ਮਹਾਰਾਜ ਸਭਾ ਦੇ ਵਿੱਚ ਜਦੋਂ ਗੁਰੂ ਘਰ ਦੀ ਗੱਲ ਚੱਲ ਰਹੀ ਸੀ ਤੇ ਰਾਮ ਰਾਏ ਬਹੁਤ ਉੱਚਾ ਬੋਲਿਆ, ਮਾੜਾ ਬੋਲਿਆ। ਉਹਨੇ ਇਉਂ ਆਖਿਆ ਕਿ ਇਉਂ ਆਪ ਜੀ ਦੇ ਸਰੀਰ ਛੱਡਣ ਦਾ ਸਮਾਂ ਹੋਏਗਾ। ਗੁਰੂ ਜੀ ਮਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਖਿਆ ਸਹਿਜ ਸੁਭਾਏ, ਕਹਿੰਦੇ ਵੀ ਸਾਡੇ ਬਾਰੇ ਤਾਂ ਉਹਨੂੰ ਇਹ ਗੱਲ ਦਾ ਪਤਾ ਹੈ, ਪਤਾ ਲਾਈ ਬੈਠਾ ਹੈ, ਆਪਣੇ ਬਾਰੇ ਵੀ ਦੇਖ ਲਵੇ ਜਰਾ। ਮਹਾਰਾਜ ਕਹਿੰਦੇ ਰਾਮ ਰਾਏ ਜੀਵਤ ਹੋਏ ਇਸ਼ਾਰਾ, ਉਹਨੂੰ ਵੀ ਤਾਂ ਜਿਉਂਦੇ ਨੂੰ ਇਹ ਸਾੜਨਾ ਉਹਦੇ ਚੇਲਿਆਂ ਨੇ, ਉਧਰ ਨਹੀਂ ਧਿਆਨ ਉਹਦਾ। ਇਉਂ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਖਿਆ ਹਿਤ ਸਤਾਂ ਵਿਆਹੇ ਬੋ ਕਰ ਹੈ, ਅੰਤੇ ਆਸਾ ਏਕ ਨ ਪਰ ਹੈ। ਕਹਿੰਦੇ ਆਸਾ ਨਹੀਂ ਮਰੀ ਉਹਦੀ ਹਜੇ ਅੰਦਰ, ਹਜੇ ਉਪਾਧੀ ਬਣੀ ਹੋਈ ਹੈ ਅੰਦਰ, ਹਜੇ ਪਦਵੀ ਦੀ ਚਾਹਨਾ ਹੈ, ਮੈਨੂੰ ਆ ਮਿਲ ਜਾਵੇ। ਹਜੇ ਵੀ ਅੰਦਰ ਈਰਖ ਹੈ ਕਿ ਕੋਈ ਮੇਰੇ ਤੋਂ ਵੱਡਾ ਕਿਵੇਂ ਹੋ ਸਕਦਾ, ਔਰ ਨਾਲੋਂ ਨਾਲ ਦੁਨਿਆਵੀ ਚਾਹਨਾ ਵੀ ਬੜੀ ਹੈ ਵੀ ਮੇਰੇ ਘਰ ਅੱਗੇ ਵੰਸ਼ ਵਧੇ, ਧੀ ਹੋਵੇ, ਪੁੱਤ ਹੋਵੇ। ਪਰ ਅੰਦਰੋਂ ਠੰਡਾ ਨਹੀਂ ਹੋਇਆ। ਜੋ ਮਰਜ਼ੀ ਕਰ ਲਵੇ, ਪਰਮੇਸ਼ਰ ਦੀ ਕਰਨੀ ਦਾ ਇਹਨੂੰ ਪਤਾ ਨਹੀਂ ਹੈ। ਇਹ ਬਹੁਤ ਯਤਨ ਕਰੇਗਾ ਸੰਤਾਨ ਵਾਸਤੇ, ਕਈ ਵਿਆਹ ਕਰੇਗਾ, ਪਰ ਪ੍ਰਭੂ ਦੇ ਭਾਣੇ ਵਿੱਚ ਇਹ ਹੈ ਕਿ ਇਹਦਾ ਜਿਹੜਾ ਜੜ ਹੈ ਅੱਗੇ ਨਹੀਂ ਵਧਣੀ ਹੈ। ਇਉਂ ਆਖਿਆ ਹੈ ਆਪ ਸਮੈ ਸਰਾਪਤ ਭੇਤਰਾਤ, ਬਚਨ ਵਗੇ ਦੋਇ ਜਿਸ ਸਮਕਾਤ। ਇਹਨੂੰ ਕਵੀ ਜੀ ਨੇ ਸ਼ਰਾਪ ਸ਼ਬਦ ਵਰਤੇ ਹੈ ਤੇ ਕਹਿੰਦੇ ਵੀ ਇਉਂ ਦੋਵੇਂ ਪਾਸਿਆਂ ਤੋਂ ਬਚਨ ਹੋਏ। ਉਹਨੇ ਵੀ ਰਾਮ ਰਾਏ ਨੇ ਵੀ ਭਵਿੱਖਤ ਨੂੰ ਦੱਸਿਆ ਸਭ ਨੇ, ਤੇ ਗੁਰੂ ਸਾਹਿਬ ਨੇ ਵੀ ਜੋ ਪਰਮੇਸ਼ਰ ਦੇ ਭਾਣੇ ਵਿੱਚ ਹੋਣਾ ਉਹ ਦੱਸਿਆ ਹੈ। ਇੱਕ ਦਿਨ ਜੈ ਸਿੰਘ ਨਿਰਪ ਕੀ ਨਿਰਾਨੀ, ਪੁੱਤਰ ਕਾਮਨਾ ਧਾਰ ਮਹਾਨੀ। ਫਿਰ ਇੱਕ ਹੋਰ ਗੁਰੂ ਸਾਹਿਬ ਦੇ ਜੀਵਨ ਦੀ ਸਾਖੀ ਇੱਥੇ ਕਵੀ ਜੀ ਨੇ ਦਿੱਤੀ ਹੈ। ਇਹ ਮੈਂ ਪਹਿਲਾਂ ਹੀ ਦੱਸ ਦਿੱਤਾ ਕਿ ਜਿਹੜਾ ਪੰਥ ਪ੍ਰਕਾਸ਼ ਗ੍ਰੰਥ ਹੈ ਇਹ ਬਹੁਤ ਸੰਖੇਪ ਚ ਕਵੀ ਜੀ ਨੇ ਲਿਖਿਆ ਹੋਇਆ। ਜਿਹੜੀ 2 ਪੰਕਤੀਆਂ ਚ ਇੱਕ ਵੱਡੀ ਘਟਨਾ ਉਹਨੇ ਦਿੱਤੀ ਹੋਈ ਹੈ। ਇੱਕ ਦਿਨ ਦਾ, ਉਸ ਦਿਨ ਦਾ ਜ਼ਿਕਰ ਕਰ ਰਿਹਾ ਹੈ ਕਿ ਜਿਹੜੇ ਰਾਜੇ ਦੇ ਕੋਲ ਮਹਾਰਾਜ ਸੱਦੇ ਤੇ, ਜੈ ਸਿੰਘ ਉਹਦਾ ਨਾਮ ਹੈ, ਮਹਾਰਾਜ ਉੱਥੇ ਗਏ ਦਿੱਲੀ। ਉਹਨੇ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਆਪਣੇ ਘਰ ਰੱਖਿਆ, ਬੰਗਲੇ 'ਚ ਰੱਖਿਆ। ਉਹ ਗੁਰਦੁਆਰਾ ਜਿਹੜਾ ਬੰਗਲਾ ਸਾਹਿਬ ਹੈ, ਉਹਦੀ ਰਾਣੀ ਜਦੋਂ ਗੁਰੂ ਮਹਾਰਾਜ ਜੀ ਗਏ, ਉਹਨੇ ਆਖਿਆ ਵੀ ਇਹ ਤਾਂ ਬੜੀ ਛੋਟੀ ਉਮਰ ਹੈ ਇਹਨਾਂ ਦੀ, ਤਾਂ ਹਜੇ ਤਾਂ ਬਿਲਕੁਲ ਕਹਿ ਲਓ ਕਿ ਬੱਚੇ ਹੀ ਹੈ, ਤੇ ਇਹ ਗੁਰੂ ਕਿਵੇਂ ਹੋ ਸਕਦੇ ਆ? ਮੈਂ ਪਰਖ ਕਰਾਂਗੀ। ਹਾਲਾਂਕਿ ਗੁਰੂ ਦੀ ਪਰਖ ਬੰਦਾ ਕਰ ਨਹੀਂ ਸਕਦਾ, ਕਰਨੀ ਵੀ ਨਹੀਂ ਚਾਹੀਦੀ, ਕਿਉਂਕਿ ਗੁਰੂ ਦੀ ਪਰਖ ਆਪਾਂ ਕਰੀਏ ਗੁਰੂ ਪੂਰਾ ਉਤਰ ਜਾਂਦਾ ਹੈ। ਪਰ ਜੇ ਕਦੇ ਗੁਰੂ ਪਰਖ ਕਰ ਲਏ ਫਿਰ ਕੀ ਕਰੋਗੇ? ਗੁਰੂ ਸਾਹਿਬ ਦੇ 10ਵੇਂ ਪਾਤਸ਼ਾਹ ਦੇ ਅੱਗੇ ਪੂਜਾ ਕਰ ਦਿੱਤਾ, ਭੀਖ ਮਸ਼ਾਨੇ ਏਦਾਂ ਵੀ ਹੱਥ ਰੱਖਦੇ ਨੇ, ਆਉਂਦਾ ਗੁਰਪ੍ਰਤਾਪ ਸੂਰਜ ਜਾਉਂਦਾ ਸਾਰਾ। ਪਰ ਜਦੋਂ ਮਹਾਰਾਜ ਨੇ ਤੇ ਹੱਥ ਰੱਖ ਦਿੱਤਾ, ਫਿਰ ਮਹਾਰਾਜ ਨੇ ਵਜਨ ਦੇ ਦਿੱਤਾ ਉੱਤੇ, ਇੰਨਾ ਵਜਨ ਪਾਇਆ ਕਿ ਭੀਖਮ ਸ਼ਾਹ ਦੇ ਪੈਰ ਡੋਲ ਗਏ, ਹੱਥ ਕੰਬ ਗਏ, ਏਦਾਂ ਸਾਰੀ ਸ਼ਕਤੀ ਖਤਮ ਹੋਣ ਲੱਗੀ। ਫਿਰ ਚਰਨਾਂ ਤੇ ਐਂ ਡਿੱਗਿਆ, ਮਹਾਰਾਜ ਬਖਸ਼ੋ ਮੈਨੂੰ। ਪਰ ਇਹ ਗੁਰੂ ਦੀ ਮਿਹਰ ਹੈ, ਉਹਦੇ ਉੱਤੇ ਤਰਸ ਹੀ ਹੈ ਕਿ ਗੁਰੂ ਦੀ ਪਰਖ ਕਰਦੀ ਹੈ, ਤੇ ਫਿਰ ਵੀ ਗੁਰੂ ਜੀ ਨੇ ਉਹਨੂੰ ਰੱਖ ਲਿਆ। ਨਹੀਂ ਜੀ, ਸਾਡੇ ਕੋਲ ਕਸਵੱਟੀ ਨਹੀਂ ਕਿ ਅਸੀਂ ਗੁਰੂ ਤੇ ਕੋਈ ਲਾ ਲਈਏ, ਪਰ ਇਹਨੇ ਲਾਣੀ ਚਾਹੀ। ਇਹਨੇ ਕਸਵੱਟੀ ਕੀ ਲਾਣੀ ਚਾਹੀ ਕਿ ਗੋਲੀਆਂ ਦੇ ਵਿੱਚ ਜਿਹੜੀਆਂ ਨੌਕਰਾਣੀਆਂ ਸੀ, ਉਹਨਾਂ ਵਰਗਾ ਹੀ ਭੇਸ਼ ਕਰਕੇ, ਉਹਨਾਂ ਵਰਗੇ ਹੀ ਕੱਪੜੇ ਲੀੜੇ ਪਾ ਕੇ, ਮੂੰਹ ਢੱਕ ਕੇ ਉਹਨਾਂ 'ਚ ਬੈਠ ਗਏ। ਤੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ, ਏਦਾਂ ਛੋਟੀ ਜੀ ਸੋਟੀ ਏਦਾਂ 1 2 3 ਏਦਾਂ ਲਾਉਂਦੇ ਗਏ, ਇਹਦੇ ਸਿਰ ਤੇ ਲਾ ਕੇ ਮਹਾਰਾਜ ਨੇ ਆਖਿਆ, ਮਹਾਰਾਣੀ ਤੂੰ ਖੜੀ ਹੋ। ਇਉਂ ਮਹਾਰਾਜ ਨੇ ਇਹਨੂੰ ਆਖਿਆ, ਤੇ ਇਹਦੇ ਮਨ ਵਿੱਚ ਪੁੱਤਰ ਦੀ ਕਾਮਨਾ ਸੀ ਵੀ ਮੇਰੇ ਘਰ ਕੋਈ ਬੱਚਾ ਹੋਵੇ, ਸਾਡਾ ਅੱਗੇ ਰਾਜ ਵਧੇ।
यों कामना रखी सी इसमें, गुर को सर्वग परखण हितै, नारन में छप बहीन केतै। ਇਹਦੇ ਮਨ 'ਚ ਸੀ ਵੀ ਮੈਂ ਫੇਰ ਅਗਲੀ ਆਪਣੀ ਕਾਮਨਾ ਗੁਰੂ ਅੱਗੇ ਰੱਖੂੰਗੀ, ਪਹਿਲਾਂ ਦੇਖੂੰਗੀ ਵੀ ਗੁਰੂ ਸਾਹਿਬ 'ਚ ਉਹ ਕਰਾਮਾਤ, ਉਹ ਗੱਲ ਹੈ ਵੀ ਗੁਰੂ ਵਾਲੀ ਜਿੰਨੀ ਲੋਕੀ ਕਹਿੰਦੇ ਆ ਜਾਂ ਜੋ ਵੀ ਹੈ। ਤੇ ਫਿਰ ਇਹ ਆਪਣੀਆਂ ਨੌਕਰਾਣੀਆਂ ਵਿੱਚ ਇਉਂ ਲੁਕ ਕੇ ਬੈਠ ਗਈ। सब को तज गुर तिसकी गोद, जाए थे बो करत विनोद। ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਨਾਲੇ ਦੇ ਸੋਟੀ ਲਾਈ ਤੇ ਨਾਲ ਉਹਦੀ ਗੋਦੀ ਵਿੱਚ ਗੁਰੂ ਪਾਤਸ਼ਾਹ ਬਾਲਾ ਪ੍ਰੀਤਮ ਜੀ ਬੈਠ ਗਏ ਤੇ ਚੋਜ ਕਰਨ ਲੱਗ ਪਏ। उन चरना मृत गुर का पियो, गुर बर कैसत तिसके थियो। ਕਹਿੰਦੇ ਫਿਰ ਉਹ ਇੰਨੀ ਪ੍ਰਭਾਵਿਤ ਹੋਈ, ਸਾਹਮਣੇ ਵੇਖ ਲਿਆ ਨਾ ਸਭ ਕੁਝ, ਜਦੋਂ ਵੇਖ ਲਿਆ ਫਿਰ ਮੁੜਿਆ ਨਹੀਂ ਜਾਂਦਾ। ਜਦੋਂ ਵੇਖਿਆ ਫਿਰ ਉਹ ਚਰਨਾ ਅੰਮ੍ਰਿਤ ਲੈ ਕੇ ਗੁਰਸਿੱਖ ਬਣ ਗਈ। ਔਰ ਕਵੀ ਜੀ ਤਾਂ ਇਹ ਕਹਿ ਰਿਹਾ ਕਿ ਬਾਅਦ ਵਿੱਚ ਉਹਨਾਂ ਦੇ ਘਰ ਪੁੱਤਰ ਨੇ ਵੀ ਜਨਮ ਲਿਆ ਹੈ। सुन महिमा पुन नौरंग शाहे, चाहो दर्शन करन सुभाहे। ਔਰੰਗਜ਼ੇਬ ਨੂੰ ਇੱਥੇ ਤੱਕ ਇਹ ਗੱਲ ਦਾ ਹੀ ਪਤਾ ਲੱਗਾ ਕਿ ਛੋਟੀ ਉਮਰ ਹੈ ਭਾਵੇਂ ਉਹਨਾਂ ਦੀ, ਪਰ ਇਉਂ ਰਾਣੀ ਨੇ ਪਰਖ ਕੀਤੀ। ਉਹਨਾਂ ਨੇ ਰਾਣੀ ਨੂੰ ਵੀ ਸਾਰਾ ਕੁਝ ਕਰ ਦਿੱਤਾ, ਦੱਸ ਦਿੱਤਾ ਵੀ ਤੂੰ ਰਾਣੀ ਇਹ ਹੈ। ਲੋਕ ਠੀਕ ਹੁੰਦੇ ਜਾ ਰਹੇ ਹੈ। ਇਹਨਾਂ ਨੇ ਪਿੱਛੇ ਪੰਜੋਖਰੇ ਵਾਲੇ ਸਥਾਨ ਦੇ ਉੱਤੇ ਇੱਕ ਬ੍ਰਾਹਮਣ ਪੰਡਤ ਹੰਕਾਰੀ ਦਾ ਹੰਕਾਰ ਤੋੜ ਦਿੱਤਾ। ਇੱਕ ਮੂੜ ਦੇ ਕੋਲੋਂ, ਛੱਜੂ ਨਾਮ ਦੇ ਬੰਦੇ ਕੋਲੋਂ ਗੀਤਾ ਦੇ ਅਰਥ ਕਰਵਾ ਦਿੱਤੇ। ਤਾਂ ਬਹੁਤ ਵੱਡੀ ਤਾਕਤ ਦੇ ਮਾਲਕ ਹਨ। ਇਉਂ ਸੋਚ ਕੇ ਚਾਹੇ ਉਹ ਦਰਸ਼ਨ ਕਰਨ ਸੁਭਾ ਹੈ, ਔਰੰਗਜ਼ੇਬ ਦੇ ਮਨ ਵਿੱਚ ਆਈ ਵੀ ਮੈਂ ਵੀ ਇਹਨਾਂ ਦੇ ਦਰਸ਼ਨ ਨਾ ਕਰ ਲਵਾਂ, ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਹਾਂ। बचन करियो तब सतगुर है, सैको दर्शन दे ले। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਇਹ ਗੱਲ ਆਈ, ਰਾਜੇ ਜੈ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ, ਔਰੰਗਜ਼ੇਬ ਆਪ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸਹਿਜ ਸੁਭਾਅ ਵਚਨ ਕੀਤਾ, ਕਹਿਣ ਲੱਗੇ ਜੈ ਸਿੰਘ ਤੇਰਾ ਹੋਏਗਾ ਪਿਆਰ ਉਹਦੇ ਨਾਲ, ਪਰ ਸਾਡੀ ਇਹ ਹੈ ਕਿ ਅਸੀਂ ਨਾ ਉਹਨੂੰ ਦਰਸ਼ਨ ਦੇਣੇ, ਨਾ ਮੱਥੇ ਲੱਗਣਾ, ਨਾ ਲਾਉਣਾ। ਇਹ ਗੱਲ ਹੈ ਸਾਡੀ। ਔਰ ਇਹ ਆਖਰ ਵਿੱਚ ਵੀ ਅੰਤ ਇਹੀ ਹੋਇਆ। ਇਹਦੇ ਵਿੱਚ ਇਹਨਾਂ ਨੇ ਉਸ ਚੀਜ਼ ਨੂੰ ਨਹੀਂ ਦਿੱਤਾ, ਕਿਉਂਕਿ ਮੈਂ ਦੱਸਿਆ ਕਿ ਉਹਨੂੰ ਥੋੜਾ ਬਹੁਤ ਅੱਗੇ ਜਾ ਕੇ ਆਪਾਂ ਦੇਖਾਂਗੇ ਸਾਰੀ ਗੱਲ ਕੀ ਹੋਈ ਹੈ। इनका किसने सिगोरे निज तन पे, तेरा ताबत प्रगटायो ठंडी कन में। ਕਹਿੰਦੇ ਬਸ ਐਸਾ ਹੀ ਹੋਇਆ ਕਿ ਉसी ਰਾਤ ਕਵੀ ਜੀ ਨੇ ਬੜੇ ਕਮਾਲ ਦੇ ਸ਼ਬਦ ਵਰਤੇ ਆ, ਜਾਣੀ ਕਿ ਇੱਥੇ ਜਿਹੜਾ ਲਫ਼ਜ਼ ਵਰਤਿਆ ਨਾ, ਇੰਨਾ ਸਾਵਧਾਨਤਾ ਨਾਲ ਵਰਤਿਆ ਕਿ ਉਹਨੇ ਇਉਂ ਨਹੀਂ ਆਖਿਆ ਕਿ ਉਸ ਰਾਤ ਗੁਰੂ ਜੀ ਨੂੰ ਤਾਪ ਚੜ ਗਿਆ, ਇਉਂ ਨਹੀਂ ਲਿਖਿਆ ਉਹਨੇ। ਕਹਿੰਦਾ ਤਿਸ ਦਿਨ ਏਮ ਕਰ ਤਿਸ ਨਿਸ ਗੁਰ ਨਿਜ ਤਨ ਪੈ। ਕਹਿੰਦਾ ਵੀ ਇਉਂ ਕਰਕੇ ਉਸ ਰਾਤ ਗੁਰੂ ਜੀ ਨੇ ਆਪਣੇ ਸਰੀਰ ਤੇ ਕੀ ਕਰਿਆ, ਤਾਪ ਪ੍ਰਗਟਾਇਓ ਠੰਡੀ ਕਨ ਪੈ। ਕਹਿੰਦਾ ਗੁਰੂ ਜੀ ਨੇ ਆਪ ਆਪਣੀ ਰਜਾ ਚ, ਆਪਣੇ ਹੁਕਮ ਵਿੱਚ ਫਿਰ ਸਰੀਰ ਦੇ ਉੱਤੇ ਤਾਪ ਤੇ ਚਿੰਨ੍ਹ ਪ੍ਰਗਟ ਕਰ ਲਏ। ਇਹਦੇ ਚ ਕਵੀ ਦੀ ਭਾਵਨਾ ਛੁਪੀ ਹੋਈ ਹੈ। ਕਵੀ ਗੁਰੂ ਨੂੰ ਆਮ ਇਨਸਾਨ ਨਹੀਂ ਹੁੰਦਾ, ਜਿਵੇਂ ਅੱਜ ਕੱਲ੍ਹ ਸਾਡੇ ਬੰਦੇ ਕਹਿਣ ਲੱਗੇ ਨਾ ਵੀ ਉਹ ਆਮ ਹੀ ਸੀ ਸਾਡੇ। ਨਹੀਂ, ਐਸੀ ਗੱਲ ਨਹੀਂ। ਤੁਸੀਂ ਚਾੜ ਕੇ ਦਿਖਾਓ ਤਾਪ, ਤੁਸੀਂ ਤਾਰ ਕੇ ਦਿਖਾਓ, ਤੁਸੀਂ ਜੀ ਕੇ ਦਿਖਾ ਦਿਓ, ਤੁਸੀਂ ਮਰ ਕੇ ਦਿਖਾ ਦਿਓ, ਨਹੀਂ ਹੋ ਸਕਦਾ ਤੁਹਾਡੇ ਬਸ। ਇਹ ਗੁਰੂ ਮਾਲਕ ਇਹਨਾਂ ਚੀਜ਼ਾਂ ਦਾ ਕਾਦਰ ਹੈ। ਕਵੀ ਜੀ ਕਹਿੰਦੇ ਹਨ, ਕਹਿੰਦੇ ਉਸ ਰਾਤ ਹੀ ਗੁਰੂ ਜੀ ਨੇ ਇਉਂ ਸਰੀਰ ਦੀ ਦਸ਼ਾ, ਜਿਸ ਸਮੇਂ ਬੁਖਾਰ ਹੋਇਆ ਉਹਨਾਂ ਨੂੰ, ਸਰੀਰ ਦੇ ਉੱਤੇ ਸ਼ੀਤਲਾ ਦੇ ਚਿੰਨ੍ਹ ਪ੍ਰਗਟ ਹੋ ਗਏ, ਉਹ ਸਾਰਾ ਕੁਝ ਉਹਨਾਂ ਆਪ ਪ੍ਰਗਟ ਕੀਤਾ ਹੈ। ऐसे भांत नलेर मगाए के, बाबा है बकाले गाय के। ਮਹਾਰਾਜ ਨੇ ਸਿੱਖਾਂ ਨੂੰ ਆਖਿਆ ਵੀ ਇਉਂ ਕਰੋ, 5 ਪੈਸੇ ਨਾਰੀਅਲ ਇਹ ਮੰਗਾਇਆ। ਗੁਰੂ ਘਰ ਦੀ ਮਰਿਆਦਾ ਇਹਨਾਂ ਚੀਜ਼ਾਂ ਨੂੰ। 5 ਪੈਸਿਆਂ ਵਿੱਚ ਸਾਰੀ ਮਾਇਆ ਸ੍ਰਿਸ਼ਟੀ ਦੀ ਸਾਰਾ ਕੁਝ ਉਹਦੇ ਚ ਆ ਗਿਆ, ਤੇ ਨਾਰੀਅਲ ਸੀਸ ਦੀ ਥਾਂ ਦਿੱਤਾ ਜਾਂਦਾ ਸੀ। ਹੋਰ ਵੀ ਇਹਦੇ ਬੜੇ ਸਾਰੇ ਗੁਣ ਆ। ਫਿਰ ਇੱਕ ਕਹਿ ਲੋ ਕਿ ਲੰਮੀ ਚਰਚਾ ਚੱਲ ਪੈਂਦੀ ਆ ਫਿਰ ਇਹਦੇ ਵਿੱਚ।
ਇਹਦੇ ਵਿੱਚ ਇੰਨਾ ਕੀ ਹੈ ਕਿ ਇਤਿਹਾਸਕ ਤੌਰ ਤੇ ਇਹ ਗੱਲ ਮੰਨੀ ਹੋਈ ਹੈ ਸਭ ਨੇ। ਇਹਦੀਆਂ ਹੁਣ ਅੱਗੇ ਦੀ ਅੱਗੇ ਫਿਲਾਸਫੀਆਂ ਨਿਕਲ ਸਕਦੀਆਂ ਨੇ ਵੀ ਇਹਦੇ ਕੀ ਲਾਭ ਨੇ ਫਿਰ ਬਹੁਤ ਹੈ। 5 ਪੈਸੇ ਅਤੇ ਨਾਰੀਅਲ ਮੰਗਾਇਆ ਤੇ ਮਹਾਰਾਜ ਨੇ ਰੱਖ ਕੇ ਨਮਸਕਾਰ ਕੀਤੀ। ਇਹਨਾਂ ਬਾਬੇ ਬਕਾਲੇ ਵੱਲ ਨੂੰ, ਪੰਜਾਬ ਵੱਲ ਨੂੰ ਮੂੰਹ ਕਰਕੇ ਤੇ ਬਚਨ ਕੀਤਾ, ਬਾਬਾ ਇਹ ਬਕਾਲੇ ਗਾਕੈ। ਬਾਬਾ ਬਕਾਲੇ ਹੈ, ਬਾਬਾ ਵਸੇ ਗ੍ਰਾਮ ਬਕਾਲੇ। ਗੁਰੂ ਜੀ ਨੇ ਬਚਨ ਕੀਤਾ ਵੀ ਜੋ ਬਾਬਾ ਜੀ ਹੈ, ਰਿਸ਼ਤੇ 'ਚ ਵੀ ਬਾਬਾ ਜੀ ਲੱਗਦੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਦੇ, ਤੇ ਵੀ ਬਕਾਲੇ ਵਿੱਚ ਹਨ। ਚੇਨ ਸੁਦੀ 24 ਬੁੱਧਵਾਰ 1700 ਕੀ ਨਿਰਧਾਰ। ਹਾਂ, ਕਹਿੰਦੇ 1721 ਬਿਕਰਮੀ ਸੰਮਤ ਸੁਦੀ ਵਾਲਾ ਪੱਖ 14ਵੀਂ ਸੀ, ਬੁੱਧਵਾਰ ਦਿਨ ਸੀ। ਆਤਮ ਗੁਰ ਗੁਰ ਪੁਰੇ ਪਧਾਰੇ ਤਾਂ ਤਲ ਤਿਨ ਸਮਝਾਉ ਤੁਮਜਾਰੇ। ਕਹਿੰਦੇ 8ਵੇਂ ਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰਪੁਰੀ ਸੁਧਾਰ ਗਏ ਤੇ ਕਹਿੰਦੇ ਜਿਵੇਂ ਤਿਰਣ ਘਾਹ ਨੂੰ ਕੋਈ ਆਪਣੇ ਸਿਰੋਂ ਐ ਸੁੱਟ ਦਿੰਦਾ ਸਰੀਰ ਨਾਲੋਂ ਵੱਖਰਾ ਕਰਕੇ, ਕਹਿੰਦੇ ਇਉਂ ਤਨ ਨੂੰ ਛੱਡ ਕੇ ਮਹਾਰਾਜ ਸੱਚਖੰਡ ਜਾ ਵਿਰਾਜੇ ਹਨ। ਹੈ ਸਮਾਲ ਦਿੱਲੀ ਤੇ ਬਾਹਰ ਬਾਬਾ ਬਾਲਾ ਸਾਹਿਬ ਕਹੀਤ ਜਾਹਰ। ਕਹਿੰਦੇ ਉਹ ਜਿੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ, ਉਹ ਸਥਾਨ ਪਹਿਲੇ ਸਮਿਆਂ ਵਿੱਚ ਜਦੋਂ ਕਿਤੇ ਏਦਾਂ ਹੁੰਦਾ ਸੀ ਤੇ ਇੱਟਾਂ ਇਕੱਠੀਆਂ ਕਰਕੇ ਸਮਾਧਾ ਬਣਾ ਦਿੰਦੇ ਸਨ ਤੇ ਉਹਨੂੰ ਸਾਂਭ ਕੇ ਸਿੱਖ ਸੰਗਤ ਰੱਖਦੀ ਸੀ। ਹੁਣ ਸਾਡੇ ਵਿੱਚ ਥੋੜਾ ਜਿਹਾ ਇਸ ਚੀਜ਼ ਦਾ ਵੀ ਪੈ ਗਿਆ। ਭਾਈ ਵੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਬੜਾ ਇਸ ਗੱਲ ਦਾ ਅਫਸੋਸ ਜ਼ਾਹਰ ਕੀਤਾ ਜਦੋਂ ਬਾਬਾ ਟਲ ਰਾਏ ਜੀ ਦਾ ਆਉਂਦਾ ਨਾ ਜੇਕਰ, ਤੇ ਉਹਦੇ ਵਿੱਚ ਇਤਿਹਾਸ ਵਿੱਚ ਉਹਨਾਂ ਨੇ ਦਿੱਤਾ, ਕਹਿੰਦੇ ਵੀ ਬਾਬਾ ਟਲ ਰਾਏ ਦੇ ਨੇੜੇ ਤੇੜੇ ਜਿਹੜੇ ਸ਼ਾਮ ਸਿੰਘ ਅਟਾਰੀ ਵਾਲੇ ਤੇ ਹੋਰ ਸੂਰਮੇ ਸਨ, ਉਹਨਾਂ ਦੇ ਸਮਾਧੇ ਬਣੇ ਹੋਏ ਸੀ, ਕਹਿੰਦੇ ਜੋ ਸਿੱਖ ਸਰਦਾਰਾਂ ਦੀਆਂ ਯਾਦਾਂ ਸਨ। ਜਦੋਂ ਸਿੰਘ ਸਭਾ ਲਹਿਰ ਆਈ, ਭਾਈ ਵੀਰ ਸਿੰਘ ਲਿਖਦੇ ਆ, ਕਹਿੰਦੇ ਫਿਰ ਇਹੋ ਜਿਹਾ ਸਾਡੇ ਸਿੱਖਾਂ ਦੇ ਦਿਮਾਗ ਨੂੰ ਚੜੀ ਇਹ ਗੱਲ ਕਿ ਉਹਨਾਂ ਨੇ ਨਿਸ਼ਾਨੀਆਂ ਵੀ ਮੇਟ ਦਿੱਤੀਆਂ। ਉਹਨਾਂ ਨੂੰ ਇਹ ਸਾਡੇ ਬੰਦਿਆਂ ਨੂੰ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਵੀ ਪੂਜਾ ਅਤੇ ਚੀਜ਼ ਨੂੰ ਸਾਂਭਣ ਦਾ ਕੀ ਫਰਕ ਹੈ। ਸਮਝੋ ਨਾ ਗੱਲ, ਪੂਜਾ ਕੋਈ ਹੋਰ ਚੀਜ਼ ਹੈ, ਕਿਸੇ ਚੀਜ਼ ਨੂੰ ਸਾਂਭਣਾ ਇੱਕ ਵੱਖਰੀ ਚੀਜ਼ ਹੈ। ਮੱਟ ਗੋਰ ਮੜੀ ਬ੍ਰਤ ਗੋਰ ਮੜੀ ਮੱਟ ਭੂਲ ਨਾ ਮੰਨੈ ਦਾ ਜਿਹੜਾ ਇਹ ਹੈ, ਇਹਨੂੰ ਮੰਨਣਾ ਨਹੀਂ, ਬਸ ਪੂਜਣਾ ਨਹੀਂ। ਰੱਬ ਨਹੀਂ ਸਮਝਣਾ, ਗੁਰੂ ਨਹੀਂ ਸਮਝਣਾ। ਉਹ ਤਾਂ ਰੱਖ ਤੇ ਸਕਦੇ ਅਸੀਂ ਚੀਜ਼ਾਂ, ਘਰੇ ਅਸੀਂ ਬਹੁਤ ਚੀਜ਼ਾਂ ਰੱਖੀਆਂ ਨੇ ਆਪਣੇ ਕੋਲ, ਅਸੀਂ ਪੂਜਦੇ ਹਾਂ ਕਿਤੇ ਉਹਨਾਂ ਨੂੰ ਨਹੀਂ ਪੂਜਦੇ। ਪਰ ਸਾਡੇ ਲੋਕਾਂ ਨੇ ਢਾਹ ਹੀ ਦਮ ਲੈਣਾ ਜਿੱਥੇ ਵੀ ਕਿਤੇ ਕੋਈ ਚੀਜ਼ ਹੋਵੇ। ਦੂਜਿਆਂ ਦੀ ਆਪਣੀਆਂ ਤੇ ਢਾਉਂਦੇ, ਅਸੀਂ ਦੂਜਿਆਂ ਦੀਆਂ ਵੀ ਢਾਉਣ ਲੱਗ ਪਏ, ਜੋ ਕਿ ਸਾਨੂੰ ਅਧਿਕਾਰ ਨਹੀਂ ਹੈ, ਸੱਚ ਅਸਲ ਰੂਪ ਵਿੱਚ ਨਹੀਂ ਹੈ। ਪੁਰਾਤਨ ਸਮੇਂ ਵਿੱਚ ਉਹ ਗੁਰਸਿੱਖ ਉੱਥੇ ਨਿਸ਼ਾਨਦੇਹੀ ਕਰਨ ਲਈ ਸਮਾਧਾ ਬਣਾ ਦਿਆ ਕਰਦੇ ਸਨ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਬਾਰੇ ਕਵੀ ਜੀ ਲਿਖਦੇ ਹੈ, ਸਮਾਧ ਦਿੱਲੀ ਤੇ ਬਾਹਰ ਬਾਲਾ ਸਾਹਿਬ ਕਹੀਤ ਜਾਹਰ। ਜਿੱਥੇ ਹੁਣ ਗੁਰਦੁਆਰਾ ਬਾਲਾ ਸਾਹਿਬ ਹੈ, ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੀਰ ਦਾ ਸੰਸਕਾਰ ਕੀਤਾ ਗਿਆ ਔਰ ਉਸ ਜਗ੍ਹਾ ਦੇ ਉੱਤੇ ਫਿਰ ਨਿਸ਼ਾਨਦੇਹੀ ਲਈ ਸਮਾਧਾ ਬਣਾ ਦਿੱਤਾ ਗਿਆ, ਜਿੱਥੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਪਰ ਇਹਦੇ ਵਿੱਚ ਜੋ ਪਿੱਛੇ ਕਵੀ ਜੀ ਨੇ ਦੱਸੀ ਸੀ ਨਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਚਨ ਕੀਤਾ ਸੀ ਕਿ ਉਹਨੂੰ ਮੱਥੇ ਨਹੀਂ ਲਾਉਣਾ ਤੇ ਅਸੀਂ ਨਹੀਂ ਲੱਗਣਾ, ਇਹ ਸੱਚ ਹੈ। ਉਹ ਮਹਾਰਾਜ ਦੇ ਦਰਸ਼ਨ ਕਰਨ ਆਇਆ, ਗੁਰੂ ਜੀ ਨੇ ਦਰਵਾਜ਼ੇ ਬੰਦ ਕਰਵਾ ਦਿੱਤੇ ਵੀ ਅਸੀਂ ਇਹਨੂੰ ਮੱਥੇ ਨਹੀਂ ਲਾਉਣਾ। ਉਹ ਬਾਹਰ ਖੜਾ ਰਿਹਾ ਔਰੰਗਜ਼ੇਬ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣਾ ਸਰੀਰ ਛੱਡ ਦਿੱਤਾ। ਉਹਦੇ ਮਨ ਵਿੱਚ ਸੀ ਵੀ ਚੱਲ ਹੁਣ ਸਰੀਰ ਛੱਡ ਦਿੱਤਾ, ਹੁਣ ਤੇ ਦਰਸ਼ਨ ਕਰ ਲਵਾਂਗਾ। ਪਰ ਉਹਨੇ ਜਦੋਂ ਮਹਾਰਾਜ ਦੇ ਦਰਸ਼ਨ ਕਰਨੇ ਚਾਹੇ ਸੱਚਖੰਡ ਜਾਣ ਤੋਂ ਬਾਅਦ ਵੀ ਔਰੰਗਜ਼ੇਬ ਨੂੰ ਮਹਾਰਾਜ ਦੇ ਸਰੀਰ ਦੇ ਦਰਸ਼ਨ ਨਹੀਂ ਹੋਏ। ਇਹ ਲਿਖਤਾਂ 'ਚ ਲਿਖਿਆ ਮਿਲਦਾ ਉਹਨਾਂ ਦੇ ਬਚਨ ਜੋ ਸਨ, ਕਿਉਂਕਿ ਗੁਰੂ ਸਾਹਿਬ ਜਾਂ ਮਹਾਂਪੁਰਸ਼ ਰੱਬ ਦੇ ਪਿਆਰਿਆਂ ਦੇ ਬਚਨ ਕੁਝ ਸਮੇਂ ਦੀ ਹੱਦ 'ਚ ਨਹੀਂ ਹੋਇਆ ਕਰਦੇ, ਉਹ ਸਦਾ ਹੀ ਹੁੰਦੇ ਆ। ਉਹਨਾਂ ਦੇ ਬਚਨ ਐਵੇਂ ਨਹੀਂ ਹੁੰਦੇ ਵੀ ਉਹ ਅੱਜ ਨੇ ਜਾਂ ਕੱਲ ਨੂੰ ਹਨ ਜਾਂ ਪਰਸੋਂ ਨੂੰ ਹੋਣਗੇ, ਹੁਣ ਵੀ ਨੇ, ਅੱਗੇ ਨੂੰ ਵੀ ਹੋਣਗੇ। ਜੇ ਸੰਤ ਅੱਜ ਵਚਨ ਕਰਦਾ ਹੈ
ਉਹਦਾ ਕੀਤਾ ਵਚਨ ਜੇ ਉਹ ਚਾਹੇ ਤੇ 500 ਸਾਲ ਪਹਿਲਾਂ ਉਹ ਕਾਨੂੰਨ ਲਾਗੂ ਕਰ ਸਕਦਾ, ਦੁਨੀਆ ਨੂੰ ਘੁਮਾ ਸਕਦਾ, ਇੰਨੀ ਪਾਵਰ ਆ ਉਹਦੇ ਵਚਨ 'ਚ। ਉਹ ਤਾਂ ਬਹੁਤ ਵੱਡੀ ਹਸਤੀ ਹੁੰਦਾ ਹੈ। ਤੁਹਾਨੂੰ ਸਾਨੂੰ ਇਹ ਗੱਲ ਦੀ ਸਮਝ ਨਹੀਂ ਹੁੰਦੀ। ਕਈ ਵਾਰੀ ਫਿਰ ਅਸੀਂ ਆਪਣੇ ਛੋਟੀਆਂ ਤਰਕਾਂ ਵਿਤਰਕਾਂ ਲੈ ਕੇ ਉਹਨਾਂ ਨੂੰ ਮਾਪਣਾ ਚਾਹੁੰਦੇ ਆ, ਭਾਂਪਣਾ ਚਾਹੁੰਦੇ ਆ, ਵੇਖਣਾ ਚਾਹੁੰਦੇ ਆ ਵੀ ਹੈ ਕੀ ਹੈ, ਪਰ ਉਹ ਤਾਂ ਐਡੀ ਵੱਡੀ ਹਸਤੀ ਹੈ। ਪਰਬਤ ਨੂੰ ਤੁਸੀਂ ਕੀ ਤੱਕੜੀ 'ਚ ਤੋਲੋਗੇ ਕਿਤੇ? ਇਉਂ ਜਿਹੜੇ ਰੱਬ ਦੇ ਪਿਆਰੇ ਜਾਂ ਬ੍ਰਹਮ ਗਿਆਨੀ ਜਾਂ ਗੁਰੂ ਸਾਹਿਬਾਨ ਤਾਂ ਚਲੋ ਬਹੁਤ ਵੱਡੀ ਹਸਤੀ ਹੈ, ਉਹਨਾਂ ਬਾਰੇ ਉਹਨਾਂ ਦੀਆਂ ਬਾਤਾਂ ਅੱਗੇ ਸਿਰ ਝੁਕਦਾ ਹੈ, ਸਿਜਦਾ ਕਰਨਾ ਹੀ ਬਣਦਾ ਹੈ। राम प्राण का शीश धर भाना गए बरताए। ਕਹਿੰਦੇ ਰਾਮ ਰਾਏ ਨੇ ਵੀ ਆਪਣਾ ਸੀ ਸ਼ਰਾਪ ਦੇਣ ਦਾ ਯਤਨ ਕਰਦਾ ਸੀ, ਪਰ ਕਹਿੰਦੇ ਕਵੀ ਜੀ ਕਹਿੰਦੇ ਮਹਾਰਾਜ ਭਾਣਾ ਵਰਤਾ ਗਏ। ਉਹਨਾਂ ਦੀ ਆਪਣੀ ਰਜਾ ਸੀ, ਭਾਣਾ ਉਹਨਾਂ ਵਰਤਾਇਆ। अष्टांग गुरु की गाथ कह इति भयो अमित आए। ਕਵੀ ਜੀ ਕਹਿੰਦੇ ਹੁਣ 8ਵੇਂ ਗੁਰੂ ਜੀ ਦੀ ਗਾਥਾ ਮੈਂ ਕਹਿ ਦਿੱਤੀ ਹੈ, ਤੇ ਹੁਣ ਇੱਥੇ ਇਹ ਅਧਿਆਏ ਹੈ ਜਿਹੜਾ ਇਤੀ ਹੋ ਗਿਆ। ਇਤੀ ਸੰਪੂਰਨ ਹੋਣ ਨੂੰ ਕਹਿੰਦੇ ਆ। ਇਤੀ ਜਦੋਂ ਕਿਤੇ ਪ੍ਰਸੰਗ ਕੋਈ ਸੰਪੂਰਨ ਹੋ ਜਾਏ, ਉਹਦੇ ਪਿੱਛੇ ਸੰਸਕ੍ਰਿਤ ਵਿੱਚ ਜਾਂ ਪੁਰਾਤਨ ਗ੍ਰੰਥਾਂ ਵਿੱਚ ਇਤੀ ਸ਼ਬਦ ਲਾਇਆ ਜਾਂਦਾ ਸੀ। ਜਿਵੇਂ 10ਵੇਂ ਗ੍ਰੰਥ ਸਾਹਿਬ ਵਿੱਚ ਚਰਿੱਤਰ ਉਪਖਿਆਨ ਲਿਖੇ ਹੋਏ ਨਾ, ਜਿਹੜੇ ਚਰਿੱਤਰ, ਉਹਦੇ ਵਿੱਚ ਪਿੱਛੇ ਲਿਖਦਾ ਹੈ ਇਤ ਸ਼੍ਰੀ ਚਰਿੱਤਰ ਉਪਖਿਆਨ, ਉਹਦੇ ਵਿੱਚ ਜਿਵੇਂ ਸੰਪੂਰਨ ਹੋ ਗਿਆ। ਇਉਂ ਹੁੰਦਾ ਜਦੋਂ ਪ੍ਰਸੰਗ ਚੱਲਦਾ ਹੋਵੇ ਫਿਰ ਉੱਥੇ ਲਿਖਿਆ ਜਾਂਦਾ ਅਫਜੂ ਵੀ ਹਜੇ ਪ੍ਰਸੰਗ ਚੱਲ ਰਿਹਾ ਹੈ। ਇੱਥੇ ਇਤੀ ਕਰ ਦਿੱਤਾ ਕਵੀ ਜੀ ਨੇ। ਇੱਕ ਸ਼੍ਰੀ ਗੁਰੂ ਗ੍ਰੰਥ ਪ੍ਰਕਾਸ਼ੀ ਗਿਆਨ ਸਿੰਘ ਵਿਰਿਚਿਤ ਅਸ਼ਟਮ ਗੁਰ ਕੋ ਜੋਤ ਵਰਣਨ ਨਾਮ ਅਸ਼ਟ ਦਸ਼ਮੋ ਨਿਵਾਸ। 18ਵਾਂ ਅਧਿਆਇ ਇੱਥੇ ਸੰਪੂਰਨ ਹੋ ਗਿਆ ਔਰ ਗਿਆਨੀ ਗਿਆਨ ਸਿੰਘ ਜੀ ਦੇ ਲਿਖੇ ਇਸ ਪੰਥ ਪ੍ਰਕਾਸ਼ ਦਾ ਔਰ ਸਮਾਂ ਵੀ ਹੁਣ ਬਿਲਕੁਲ ਸੰਪੂਰਨ ਹੋ ਗਿਆ ਹੈ। 9ਵੇਂ ਗੁਰੂ ਸਾਹਿਬ ਮਹਾਰਾਜ ਦਾ ਪ੍ਰਸੰਗ ਆਰੰਭ ਆਪਾਂ ਕੱਲ ਨੂੰ ਕਰਾਂਗੇ। ਇੱਥੇ ਹੀ ਸਮੇਂ ਦੀ ਸੰਪੂਰਨਤਾ ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਹੈ ਚੁੱਤ ਹੈ ਪਾਰ ਬ੍ਰਹਮ ਅਵਿਨਾਸ਼ੀ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ, ਹੈ ਸੰਗੀ ਹੈ ਨਿਰੰਕਾਰ, ਹੈ ਨਿਰਗੁਣ ਸੌਟੇ, ਹੈ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਵਿਵੇਕ, ਹੈ ਪਰੰਪਰ ਹਰ ਹਰੇ, ਹੈ ਪੀਰ ਹੋਵਨ ਹਾਰ, ਹੈ ਸੰਤਾਂ ਕੇ ਸਦਾ ਸੰਗ ਨਿਵਾਰਨ, ਹੈ ਠਾकुर हों दास रो मैं निर्गुण गुण नहीं कोई, नानक दीजा नाम दान राखो आए प्रभ शरणागति, कृपा में दयाल, एक अखर हर मन बस नानक होत निहाल, वाहिगुरु नाम जहाज है चढ़े सो करे पार, जो श्रद्धा कर सेव दे गुर पार उतार, जो श्रद्धा कर सेव दे गुर पार ਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਕਵਿ ਬਾਜ ਬੇਨਤੀ ਚੌਪਈ। हमरी करो हादिर रक्षा, पूर्ण हो चित की इच्छा, तब चरणन मन रहे हमारा, अपना जान करो प्रतिपारा।